ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੀ ਇਸ ਖਾਸ ਮੁਲਾਕਾਤ ਵਿੱਚ ਸਾਡੇ ਮਹਿਮਾਨ ਰਹਿਣਗੇ ਵੀਜ਼ਾ ਲਿੰਕ ਤੋਂ ਗੁਰਮੀਤ ਸਿੱਧੂ ਸਾਹਿਬ। ਉਹਨਾਂ ਦੇ ਨਾਲ ਕੁਝ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਜਾਣਕਾਰੀਆਂ ਲੈਣ ਦੀ ਕੋਸ਼ਿਸ਼ ਕਰਾਂਗੇ। ਬੀਤੇ ਪ੍ਰੋਗਰਾਮਾਂ ਤੋਂ ਬਾਅਦ ਤੁਹਾਡੇ ਕੁਝ ਸਵਾਲ ਨੇ, ਉਹ ਸਵਾਲ ਇਹਨਾਂ ਦੇ ਅੱਗੇ ਪੇਸ਼ ਕਰਾਂਗੇ ਤੇ ਇਹਨਾਂ ਤੋਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਤੁਹਾਨੂੰ ਕੋਈ ਵੀ ਸਵਾਲ ਤੁਹਾਡੇ ਦਿਲ ਦੇ ਵਿੱਚ ਆਵੇ, ਕੋਈ ਪੁੱਛਣ ਦੀ, ਕੋਈ ਜਾਣਕਾਰੀ ਦੀ ਜ਼ਰੂਰਤ ਮਹਿਸੂਸ ਹੋਵੇ ਤਾਂ ਸਕਰੀਨ ਤੇ ਅਸੀਂ ਇਹਨਾਂ ਦੇ ਨੰਬਰ ਡਿਸਪਲੇ ਕਰਾਂਗੇ। ਤੁਸੀਂ ਇਹਨਾਂ ਦੇ ਨਾਲ ਸਿੱਧਾ ਰਾਬਤਾ ਵੀ ਕਾਇਮ ਕਰ ਸਕਦੇ ਹੋ। ਤੇ ਆਓ ਹੁਣ ਸਿੱਧੂ ਸਾਹਿਬ ਦਾ ਸਵਾਗਤ ਕਰਦੇ ਹਾਂ। ਬਾਈ ਜੀ, ਜੀ ਆਇਆਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੇ ਸਾਰੇ ਹੀ ਸਾਂਝਾ ਟੀਵੀ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਿੱਧੂ ਸਾਹਿਬ, ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਜ਼ਿਕਰ ਕਰਦੇ ਰਹੇ ਹਾਂ ਹਾਂਜੀ ਕਿ 90,000 ਲੋਕਾਂ ਦੀ ਸਮਝੋ ਇੱਕ ਕਿਸਮ ਦੀ ਲੋਟਰੀ ਹੈ। ਹਾਂਜੀ ਕਈ ਵਰਿਆਂ ਤੋਂ ਉਡੀਕ ਕਰ ਰਹੇ ਸੀ, ਨੰਬਰ ਹੀ ਨਹੀਂ ਸੀ ਆ ਰਿਹਾ। ਹਾਂਜੀ ਇਹ ਦੱਸੋ ਕਿ 3 ਕੈਟਾਗਰੀ ਵਿੱਚ ਵੰਡਿਆ ਗਿਆ ਸੀ ਹਾਂਜੀ ਕਿ ਤਿੰਨਾਂ ਦੀਆਂ ਫਾਈਲਸ ਹਜੇ ਚੱਲ ਰਹੀਆਂ ਨੇ ਜਾਂ ਕੋਈ ਕੈਟਾਗਰੀ ਪੂਰੀ ਵੀ ਗਈ? ਹਾਂਜੀ, ਜਿਹੜਾ 3 ਕੈਟਾਗਰੀਆਂ ਸੀਗੀਆਂ ਜੀ, ਐਕਚੁਅਲੀ 4 ਸੀਗੀਆਂ ਜੀ, ਚ ਫ੍ਰੈਂਚ ਸਪੀਕਿੰਗ ਵੀ ਸੀਗੇ। ਜਿਹੜੀਆਂ ਪਹਿਲੀਆਂ 3 ਕੈਟਾਗਰੀਆਂ ਇੰਗਲਿਸ਼ ਸਪੀਕਿੰਗ ਵਾਲੀਆਂ ਸੀਗੀਆਂ ਜੀ, ਉਹਦੇ 40,000 ਦੀਆਂ ਸਟੂਡੈਂਟਸ ਦੀਆਂ ਐਪਲੀਕੇਸ਼ਨਸ ਲੈਣੀਆਂ ਸੀ, ਉਹ ਸਾਰੀਆਂ ਫਿਲ ਹੋ ਗਈਆਂ ਜੀ ਇੱਕ ਦਿਨ ਦੇ ਵਿੱਚ ਹੀ। ਅੱਛਾ ਜੀ। ਕਿਉਂਕਿ ਸਟੂਡੈਂਟਸ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਲਮੋਸਟ 3 ਲੱਖ ਦੇ ਕਰੀਬ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਉੱਪਰ ਸਟੂਡੈਂਟ ਸੀਗਾ ਜੀ, ਉਹ ਸਾਰੇ ਐਲੀਜੀਬਲ ਸੀ ਜਿਨ੍ਹਾਂ ਦੇ ਕੋਲੇ ਕਰੰਟ ਜੌਬ ਆਫਰ ਸੀਗਾ ਜੀ। ਐਂਡ ਜੌਬ ਆਫਰ ਮੈਟਰ ਨਹੀਂ ਕਰਦਾ ਸੀਗਾ ਕਿ ਕਾਹਦਾ ਜੌਬ ਆਫਰ ਹੈਗਾ, ਤੁਹਾਡੇ ਕੋਲੇ ਸਿਰਫ ਜੌਬ ਆਫਰ ਹੋਣਾ ਜ਼ਰੂਰੀ ਸੀਗਾ। ਸੋ ਉਹ ਸਾਨੂੰ ਵੀ ਲੱਗਦਾ ਸੀਗਾ ਕਿ ਉਹ ਐਪਲੀਕੇਸ਼ਨਸ ਬਹੁਤ ਜਲਦੀ ਭਰ ਜਾਣੀਆਂ ਜੀ। ਹੁਣ ਜਿਹੜੀਆਂ ਦੂਸਰੀਆਂ ਕੈਟਾਗਰੀ ਸੀਗੀਆਂ, ਜਿਵੇਂ 30,000 ਐਪਲੀਕੇਸ਼ਨ ਨਾਨ ਐਸੈਂਸ਼ੀਅਲ ਵਰਕਰਸ ਦੀਆਂ ਲੈਣੀਆਂ ਸੀਗੀਆਂ ਜੀ, ਜਿਹਦੇ ਵਿੱਚ ਸੀ, ਡੀ ਕੈਟਾਗਰੀ, ਓ, ਬੀ ਕੈਟਾਗਰੀ, ਸਾਰੀਆਂ ਹੀ ਕੈਟਾਗਰੀਜ਼ ਆਉਂਦੀਆਂ ਸੀਗੀਆਂ। ਉਹ ਐਪਲੀਕੇਸ਼ਨਸ ਹਜੇ ਵੀ ਸਿਰਫ 9,000 ਦੇ ਕਰੀਬ ਭਰੀਆਂ ਜੀ। ਉਹ 30,000 ਐਪਲੀਕੇਸ਼ਨ ਲੈਣੀਆਂ ਸੀ, ਲਗਭਗ 20,000 ਤੋਂ ਜ਼ਿਆਦਾ ਪਈਆਂ ਨੇ। ਲਗਭਗ 20,000 ਤੋਂ ਜ਼ਿਆਦਾ ਪਈਆਂ ਜੀ। ਅਤੇ ਜਿਹੜਾ ਦੂਸਰਾ ਸੀਗਾ ਜੀ, ਲਾਸਟ ਵਾਲਾ ਹੈਲਥ ਕੇਅਰ ਐਸੈਂਸ਼ੀਅਲ ਵਰਕਰ ਜਿਹੜੇ ਸੀਗੇ ਜੀ, ਜਿਨ੍ਹਾਂ ਨੇ ਹੈਲਥ ਕੇਅਰ 'ਚ ਕੰਮ ਕੀਤਾ ਜੀ, ਉਹ ਸਿਰਫ ਤੇ ਸਿਰਫ 300 ਐਪਲੀਕੇਸ਼ਨਸ ਭਰੀਆਂ ਜੀ। ਇਹ ਤਾਂ ਪਹਿਲੇ ਦਿਨੇ 200 ਕੁਛ ਹੋ ਗਈਆਂ ਸੀ, ਉੱਥੇ ਕੀ ਖੜਾ ਜੀ ਕੰਮ? ਉੱਥੇ ਹੀ ਖੜਾ ਜੀ ਕੰਮ ਹਜੇ। ਆਈ ਡੋਂਟ ਨੋ ਕਿ ਉਹਦਾ ਕੀ ਕਾਰਨ ਹੈ ਜੀ। ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਆਇਲਸ ਇੱਕ ਜਿਹੜਾ ਵੱਡਾ ਕਾਰਨ ਹੈ ਜੀ, ਕਿਉਂਕਿ ਸਟੂਡੈਂਟਸ ਜਿਹੜਾ ਸੀਗੇ ਉਹ ਬਹੁਤ ਵੱਡੇ ਨੰਬਰ ਦੇ ਵਿੱਚ ਆਲਰੇਡੀ ਕੈਨੇਡਾ ਜਿਹੜੇ ਹੈਗੇ ਆ ਜੀ, ਉਹ ਹੋਰ ਕਿਸੇ ਕੈਟਾਗਰੀ 'ਚ ਟਰਾਈ ਕਰ ਰਹੇ ਸੀ PR, ਇਸ ਕਰਕੇ ਉਹਨਾਂ ਨੇ ਆਇਲਸ ਪਹਿਲਾਂ ਹੀ ਕਰ ਰੱਖਿਆ ਸੀਗਾ। ਪਰ ਜਿਹੜੇ ਐਸੈਂਸ਼ੀਅਲ ਵਰਕਰ ਤੇ ਨਾਨ ਐਸੈਂਸ਼ੀਅਲ ਵਰਕਰ ਸੀਗੇ ਇੰਗਲਿਸ਼ ਸਪੀਕਿੰਗ ਦੇ ਵਿੱਚ, ਉਹਨਾਂ ਨੂੰ ਉਮੀਦ ਨਹੀਂ ਸੀਗੀ ਕਿ ਇਹ ਪ੍ਰੋਗਰਾਮ ਆ ਜਾਊਗਾ। ਜਦ ਕਿ ਅਸੀਂ ਬਾਰ-ਬਾਰ ਕਹਿੰਦੇ ਸੀਗੇ ਕਿ ਸਾਰਿਆਂ ਨੇ ਪੱਕੇ ਹੋਣਾ ਹੈ, ਤੁਸੀਂ ਆਪਣੀ ਤਿਆਰੀ ਰੱਖੋ, ਕੋਈ ਨਾ ਕੋਈ ਪ੍ਰੋਗਰਾਮ ਬੜਾ ਜਲਦੀ ਲਾਂਚ ਹੋਣ ਵਾਲਾ ਹੈ। ਪਰ ਸਾਡੇ ਕਹਿਣ ਦੇ ਬਾਵਜੂਦ ਵੀ ਕਈ ਲੋਕ ਉਮੀਦ ਜਿਹੜੀ ਖੋਈ ਬੈਠੇ ਸੀਗੇ, ਉਹਨਾਂ ਨੇ ਆਇਲਸ ਨਹੀਂ ਕੀਤਾ ਜੀ। ਪੁਲਿਸ ਕਲੀਅਰੈਂਸ, ਮੈਡੀਕਲ ਵਗੈਰਾ ਦਾ ਇਸ਼ੂ ਸੀਗਾ ਜੀ। ਹੁਣ ਮੈਡੀਕਲ ਜਿਹੜਾ ਹੈਗਾ ਜੀ, ਉਹ ਵੀ ਜਿਹੜਾ ਇੱਕ ਮੈਂਡੇਟਰੀ ਰਿਕੁਆਇਰਮੈਂਟ ਹੈਗੀ ਹੈ ਜੀ। ਮੈਡੀਕਲ ਦੀ ਡੇਟ ਜੂਨ ਦੇ ਵਿੱਚ ਮਿਲ ਰਹੀ ਹੈ ਜਾਂ ਜੁਲਾਈ 'ਚ ਮਿਲ ਰਹੀ ਹੈ। ਸੋ ਇਹ ਕਾਰਨ ਕੁਛ ਬਣੇ ਆ ਜੀ, ਜਿਹੜੇ ਐਸੈਂਸ਼ੀਅਲ ਤੇ ਨਾਨ ਐਸੈਂਸ਼ੀਅਲ ਜਿਹੜੇ ਵਰਕਰ ਸੀਗੇ, ਉਹਨਾਂ ਦੀਆਂ ਐਪਲੀਕੇਸ਼ਨਸ ਹਜੇ ਵੀ ਜਿਹੜੀਆਂ ਹੈਗੀਆਂ ਉਹ ਫਿਲ ਨਹੀਂ ਹੋਈਆਂ ਹੈਗੀਆਂ। ਜਿਹੜੀ ਚੌਥੀ ਕੈਟਾਗਰੀ ਸੀਗੀ, ਉਹ ਸੀਗੀ ਫ੍ਰੈਂਚ ਸਪੀਕਿੰਗ ਜੀ। ਉਹਦੇ ਵਿੱਚ ਸਿਰਫ ਤੇ ਸਿਰਫ ਜਿਹੜੀਆਂ, ਜੇ ਮੈਂ ਕੁੱਲ ਦੱਸਾਂ ਜੀ, ਐਸੈਂਸ਼ੀਅਲ, ਨਾਨ ਐਸੈਂਸ਼ੀਅਲ ਦੇ ਵਿੱਚ ਤੇ ਹੈਲਥ ਕੇਅਰ ਵਰਕਰਸ ਦੇ ਵਿੱਚ, ਉਹ ਕੁੱਲ ਐਪਲੀਕੇਸ਼ਨਾਂ 500 ਵੀ ਨਹੀਂ ਹੋਈਆਂ ਜੀ। ਅੱਛਾ ਜੀ। ਐਂਡ ਉਹ ਅਨਲਿਮਿਟਿਡ ਐਪਲੀਕੇਸ਼ਨਸ ਲੈਣੀਆਂ, ਉਹਦੇ ਕੈਪ ਕੋਈ ਨਹੀਂ, ਉਹਦੇ ਤੇ ਕੈਪ ਕੋਈ ਨਹੀਂ ਹੈਗਾ ਜੀ, ਉਹ ਤੇ ਕੋਈ ਨੰਬਰ ਨਹੀਂ ਹੈਗਾ ਜੀ। ਸੋ ਹਜੇ ਵੀ ਐਪਲੀਕੇਸ਼ਨ ਜਿਹੜੀਆਂ ਉਹ ਲਈਆਂ ਜਾ ਰਹੀਆਂ। ਸਟੂਡੈਂਟਸ ਨੂੰ ਛੱਡ ਕੇ ਜਿਹੜੇ ਬਾਕੀ ਸਕਿਲਡ ਕੈਟਾਗਰੀ ਦੀਆਂ ਐਪਲੀਕੇਸ਼ਨ ਸੀ, ਨਾਨ ਸਕਿਲਡ ਦੀਆਂ, ਉਹ ਸਾਰੀਆਂ ਹੀ ਹਜੇ ਪਈਆਂ ਨੇ। ਮੈਂ ਕਹੂੰਗਾ ਕਿ ਜਿਨ੍ਹਾਂ ਨੇ ਵੀ ਹਜੇ ਐਪਲੀਕੇਸ਼ਨ ਨਹੀਂ ਲਾਈ, ਇਹ ਬੜਾ ਸੁਨਹਿਰੀ ਮੌਕਾ ਆ, ਗੋਲਡਨ ਅਪਰਚੁਨਿਟੀ ਹੈ ਸਾਰਿਆਂ ਲਈ। ਅਤੇ ਆਪਣੇ ਜਿਹੜੇ ਡਾਕੂਮੈਂਟਸ ਹੈਗੇ ਪ੍ਰਪੇਅਰ ਕਰਕੇ ਐਪਲੀਕੇਸ਼ਨ ਜ਼ਰੂਰ ਲਾ ਲੈਣ ਜੀ। ਅੱਛਾ, ਜਿਹੜੀ ਤੁਸੀਂ ਹੁਣੀ ਗੱਲ ਕੀਤੀ ਹੈ ਕਿ ਹਾਲ ਦੀ ਘੜੀ ਲਗਭਗ ਸਾਰੀਆਂ ਕੈਟਾਗਰੀ 'ਚ ਇੱਕ ਨੂੰ ਛੱਡ ਕੇ ਹਾਂਜੀ ਗੋਲਡਨ ਚਾਂਸ ਹੈ। ਹਾਂਜੀ, ਤੇ ਇਹ ਆਖਿਆ ਜਾ ਸਕਦਾ ਕਿ ਇਹਦੇ ਤੋਂ ਵਧੀਆ ਮੌਕਾ ਸ਼ਾਇਦ ਛੇਤੀ ਨਾ ਆਵੇ। ਹਾਂਜੀ, ਪਰ ਸਰਕਾਰ ਦਾ ਪਤਾ ਕੋਈ ਨਹੀਂ ਹੁੰਦਾ ਕਦੋਂ ਕੋਈ ਐਲਾਨ ਕਰ ਦੇਵੇ। ਹਾਂਜੀ, ਸਪੈਸ਼ਲੀ ਮੈਂ ਇੱਥੇ ਗੱਲ ਕਰਨੀ ਚਾਹੂੰਗਾ ਜੀ, ਜਿਹੜੇ ਸਟੂਡੈਂਟਸ ਹੈਗੇ ਆ ਜੀ, ਗਵਰਨਮੈਂਟ ਨੂੰ ਪਤਾ ਹੈ ਜੀ ਕਿ ਜਿਹੜੇ ਸਟੂਡੈਂਟਸ ਹੈਗੇ ਆ, ਜਦੋਂ ਗ੍ਰੈਜੂਏਟ ਹੋ ਜਾਂਦੇ ਆ, ਉਹ ਬੈਸਟ ਇਮੀਗ੍ਰੇਸ਼ਨ ਹੁੰਦੀ ਹੈ ਜੀ, ਉਹ ਬੈਸਟ ਕੈਂਡੀਡੇਟਸ ਹੁੰਦੇ ਆ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਬਣਾਉਣ ਦੇ ਲਈ। ਤੇ ਇਮੀਗ੍ਰੇਸ਼ਨ ਮਿਨਿਸਟਰ ਦਾ ਮੈਂ ਥੋੜੇ ਦਿਨ ਪਹਿਲਾਂ ਟਵੀਟ ਦੇਖਿਆ ਜੀ, ਐਂਡ ਜਿਹੜਾ ਉਹ ਇਸ਼ਾਰਾ ਕਰ ਰਿਹਾ ਜੀ ਉਧਰ ਨੂੰ, ਉਹ ਕੀ ਸੀ ਜੀ? ਉਹ ਇਸ਼ਾਰਾ ਇਹ ਸੀਗਾ ਜੀ ਕਿ ਜਿਹੜੇ ਵੀ ਇਹ ਨੰਬਰਸ ਹੈਗੇ, ਜਿਵੇਂ 40,000 ਸਟੂਡੈਂਟਸ ਦੀ ਐਪਲੀਕੇਸ਼ਨਸ ਲਈਆਂ ਜੀ, ਐਂਡ ਹੋ ਸਕਦਾ ਆ ਉਹਨਾਂ ਨੇ ਇੱਕ ਇਸ਼ਾਰਾ ਦਿੱਤਾ ਆ ਕਿ ਅਸੀਂ ਇਹ ਨੰਬਰ ਹੀ ਚੱਕ ਦਈਏ ਜੀ, ਕੈਪ ਨੂੰ ਚੱਕ ਦਈਏ, ਜਿਵੇਂ ਫ੍ਰੈਂਚ ਵਾਲਾ ਜੀ। ਐਂਡ ਮੋਸਟ ਪ੍ਰੋਬਬਲੀ ਇਹ ਅਨਾਊਂਸਮੈਂਟ ਵੀ ਬੜੀ ਜਲਦੀ ਹੋਊਗੀ, ਕਿਉਂਕਿ ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਸੋਰਸ ਹੈ ਜੀ ਇਕਨੋਮੀ ਨੂੰ ਬੂਸਟ ਕਰਨ ਦੇ ਲਈ। ਤੇ ਖਾਸ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੀ ਆਪਾਂ ਇਸ ਕੋਵਿਡ ਦੀ ਜਿਹੜੀ ਬਿਮਾਰੀ ਤੋਂ ਰਿਕਵਰ ਹੋਵਾਂਗੇ, ਤੇ ਰਿਕਵਰੀ ਦੇ ਲਈ ਜਿਹੜੀ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਸੁਧਾਰਨ ਦੇ ਲਈ
ਬਹੁਤ ਵੱਡਾ ਜਿਹੜਾ ਪਾਰਟਿਸਿਪੇਸ਼ਨ ਹੋਊਗਾ ਇਮੀਗ੍ਰੇਸ਼ਨ ਦਾ ਹੋਊਗਾ। ਅਤੇ ਮੈਂ ਇੱਥੇ ਫੇਰ ਤੁਹਾਨੂੰ ਇੱਕ ਪ੍ਰੈਡਿਕਸ਼ਨ ਕਰਦਾ, ਜਿਵੇਂ ਮੈਂ ਹਮੇਸ਼ਾ ਕਰਦਾ ਰਹਿਣਾ ਇਮੀਗ੍ਰੇਸ਼ਨ, ਕਿਉਂਕਿ ਅਸੀਂ ਡਿਪਾਰਟਮੈਂਟ ਨੂੰ ਡੀਲ ਕਰਦੇ ਹਾਂ ਜੀ, ਬਾਹਰ ਰਹਿੰਦਾ ਰੋਜ਼ ਦਾ। ਹਾਂਜੀ, ਸੋ ਮੈਂ ਕਹਿ ਸਕਦਾ ਹਾਂ ਕਿ ਬੜੀ ਜਲਦੀ ਵਿਦਨ 2 ਮੰਥਸ ਜਾਂ 3 ਮੰਥਸ ਇੱਕ ਨਵੀਂ ਅਨਾਉਂਸਮੈਂਟ ਆਊਗੀ ਜਿਹਦੇ ਵਿੱਚ ਕੋਈ ਕੈਪ ਨਹੀਂ ਹੋਊਗਾ ਜੀ। ਅੱਛਾ, ਅਨਲਿਮਿਟਿਡ ਐਪਲੀਕੇਸ਼ਨਸ ਲਈਆਂ ਜਾਣਗੀਆਂ। ਸੋ ਪਰੇਸ਼ਾਨ ਹੋਣ ਦੀ ਕਿਸੇ ਨੂੰ ਲੋੜ ਨਹੀਂ ਹੈਗੀ ਜਾਂ ਦਿਲ ਛੱਡਣ ਦੀ ਲੋੜ ਨਹੀਂ, ਉਮੀਦ ਬਰਕਰਾਰ ਰੱਖੋ। ਮੈਂ ਹਮੇਸ਼ਾ ਕਹਿੰਦਾ ਕਿ ਆਪਣੇ ਡਾਕੂਮੈਂਟਸ ਜਿਹਦੇ ਵਿੱਚ ਆਇਲਸ ਹੈ, ਜਿਹਦੇ ਵਿੱਚ ਐਕਸਪੀਰੀਅੰਸ ਲੈਟਰਸ ਹੈਗੀਆਂ, ਤੁਹਾਡੇ ਕੰਮ ਕਰਨ ਦਾ ਰੈਕਡ ਹੈਗਾ, ਜਿਹਦੇ ਵਿੱਚ ਤੁਹਾਡਾ ਨੋਟਿਸ ਆਫ ਅਸੈਸਮੈਂਟ ਹੋ ਸਕਦਾ ਹੈ, T4s ਹੋ ਸਕਦੀਆਂ, ਤੁਹਾਡੀਆਂ ਪੇ ਸਟਬਸ ਹੋ ਸਕਦੀਆਂ। ਮੋਸਟ ਆਫ ਦਾ ਟਾਈਮ ਆਇਲਸ ਜਿਹੜਾ ਹੈਗਾ ਉਹ ਨਹੀਂ ਹੁੰਦਾਗਾ। ਆਇਲਸ ਤੁਸੀਂ ਆਪਣਾ ਕਰਕੇ ਰੱਖੋ। ਜਿਹੜਾ ਮੈਡੀਕਲ ਹੈਗਾ ਉਹਦੇ ਲਈ ਪ੍ਰਪੇਅਰ ਰਹੋ, ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹੜਾ ਤੁਹਾਡਾ ਹੈਗਾ ਉਹ ਤੁਹਾਡੇ ਕੋਲੇ ਹੋਣਾ ਜ਼ਰੂਰੀ ਹੈ। ਜਦੋਂ ਹੀ ਅਨਾਉਂਸਮੈਂਟ ਹੁੰਦੀ ਹੈ ਤੁਸੀਂ ਆਪਣੀ ਜ਼ਰੂਰ ਐਪਲੀਕੇਸ਼ਨ ਪਾਓ। ਅੱਛਾ, ਹੁਣ PCC ਦਾ ਵੀ ਜ਼ਿਕਰ ਕੀਤਾ, ਬਹੁਤ ਲੋਕਾਂ ਨੂੰ ਇਹ ਨਹੀਂ ਬੜੀਆਂ ਲੰਬੀਆਂ ਕਤਾਰਾਂ ਆਪਾਂ ਦੇਖੀਆਂ ਨੇ। ਹਾਂਜੀ, ਇਹ ਕਿੰਨੀ ਦੇਰ ਦੀ ਮਿਆਦ ਹੁੰਦੀ ਹੈ? ਜਿਸ ਤਰ੍ਹਾਂ ਆਇਲਟਸ ਕੀਤਾ ਬੰਦਾ 2 ਸਾਲ ਵਾਸਤੇ ਸਿਕਿਉਰ ਰਹਿੰਦਾ, ਤੇ 2 ਸਾਲਾਂ ਬਾਅਦ ਤੁਹਾਨੂੰ ਐਕਸਪਾਇਰੀ ਤੋਂ ਬਾਅਦ ਦੁਬਾਰਾ ਕਰਨਾ ਪੈਂਦਾ, ਇਹਦੀ ਵੀ ਕੋਈ ਮਿਆਦ ਹੁੰਦੀ ਹੈ ਜੀ? ਇਹਦੀ ਮਿਆਦ ਹੁੰਦੀ ਹੈ ਜੀ। ਜਿਹੜਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੈ ਜੀ ਉਹ 3 ਮਹੀਨੇ ਤੱਕ ਵੈਲਿਡ ਰਹਿੰਦਾ ਜੀ। ਅੱਛਾ, ਸੋ 3 ਮੰਥਸ ਤੱਕ ਜੇ ਤੁਸੀਂ ਇੰਡੀਆ ਤੋਂ ਲੈਟਸ ਸੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈਣਾ ਜੀ ਤਾਂ ਉਹ 3 ਮਹੀਨੇ ਤੱਕ ਵੈਲਿਡ ਰਹਿੰਦਾ ਜੀ। ਸੋ ਜਿਨ੍ਹਾਂ ਨੇ ਹਜੇ ਨਹੀਂ ਐਪਲੀਕੇਸ਼ਨ ਲਾਈ ਉਹਨਾਂ ਨੇ ਆਪਣੇ ਪੁਲਿਸ ਕਲੀਅਰੈਂਸ ਲਾਏ ਹੋਏ ਨੇ ਜੀ, ਅਪਲਾਈ ਕੀਤੇ ਹੋਏ ਆ। ਜਿਹੜਾ ਇਹ ਕੈਟਾਗਰੀ ਸੀਗੀ ਜੀ, ਜਿਹੜੀ ਟੈਂਪਰੇਰੀ ਰੈਜ਼ੀਡੈਂਸੀ ਤੋਂ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਦੇ ਲਈ ਜਿਹੜਾ ਨਵਾਂ ਪ੍ਰੋਗਰਾਮ ਕੱਢਿਆ ਸੀ 90,000 ਐਪਲੀਕੇਸ਼ਨ ਵਾਲਾ, ਇਹਦੀ ਬਿਊਟੀ ਇਹ ਸੀਗੀ ਜੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੈਗਾ ਆ ਤੁਸੀਂ ਸਿਰਫ ਅਪਲਾਈ ਕੀਤੇ ਦਾ ਸਬੂਤ ਲਾ ਸਕਦੇ ਆ। ਅੱਛਾ, ਬਾਅਦ ਚ ਦਿੱਤੀ ਜਾ ਸਕਦੀ, ਉਹ ਬਾਅਦ ਦੇ ਵਿੱਚ ਦਿੱਤਾ ਜਾ ਸਕਦਾ ਹੈ। ਜੇ ਤੁਹਾਡੇ ਕੋਲੇ ਪੁਰਾਣਾ ਮੈਡੀਕਲ ਪਿਆ, ਕਿਉਂਕਿ ਇਹ ਇਨਸਾਈਡ ਕੈਨੇਡਾ ਐਪਲੀਕੇਸ਼ਨ ਸੀਗੀਆਂ ਜੀ, ਬਾਹਰੋਂ ਨਹੀਂ ਲਈਆਂ ਸੀ ਐਪਲੀਕੇਸ਼ਨਸ। ਸੋ ਬਹੁਤ ਜਿਹੜੇ ਐਪਲੀਕੈਂਟਸ ਹੈਗੇ ਆ ਉਹਨਾਂ ਨੇ ਮੈਡੀਕਲ ਕਰਵਾਇਆ ਹੁੰਦਾ ਜੀ। ਸੋ ਜੇ ਉਹ ਪੁਰਾਣਾ ਮੈਡੀਕਲ ਪਿਆ, ਉਹ ਪੁਰਾਣਾ ਮੈਡੀਕਲ ਲਾ ਕੇ ਐਪਲੀਕੇਸ਼ਨ ਜਮ੍ਹਾਂ ਕਰਵਾ ਸਕਦੇ ਆ। ਤੇ ਆਫਿਸਰ ਨੇ ਖੁੱਲ੍ਹ ਦਿੱਤੀ ਸੀਗੀ ਕਿ ਜੇਕਰ ਤੁਹਾਡਾ ਮੈਡੀਕਲ 1 ਸਾਲ ਤੋਂ ਪੁਰਾਣਾ ਜਿਹੜਾ ਨਹੀਂ ਹੈਗਾ ਤਾਂ ਅਸੀਂ ਹੋ ਸਕਦਾ ਉਸੇ ਮੈਡੀਕਲ ਨੂੰ ਐਕਸੈਪਟ ਕਰ ਲਈਏ ਜੀ, ਕਿਉਂਕਿ ਮੈਡੀਕਲ 1 ਸਾਲ ਲਈ ਵੈਲਿਡ ਰਹਿੰਦਾ ਜੀ। ਸੋ ਜਿਨ੍ਹਾਂ ਦੇ ਕੋਲੇ ਮੈਂ ਹਜੇ ਵੀ ਕਹੂੰਗਾ ਨਹੀਂ ਮੈਡੀਕਲ ਕਰਵਾਇਆ ਤਾਂ ਮੈਡੀਕਲ ਕਰਵਾ ਲਓ, ਕਿਉਂਕਿ 1 ਸਾਲ ਲਈ ਵੈਲਿਡ ਰਹਿੰਦਾ ਹੈ। ਤੇ ਆਇਲਟਸ ਕਰਨ ਤੱਕ ਕਦੇ ਵੀ ਹਰਜ ਨਹੀਂ ਹੁੰਦਾ ਜੀ, ਕਿਉਂਕਿ ਉਹ 2 ਸਾਲ ਲਈ ਵੈਲਿਡ ਰਹਿੰਦਾ ਹੈ। ਸੋ ਆਉਣ ਵਾਲਾ ਸਮਾਂ ਜਿਹੜਾ 4 ਤੋਂ 5 ਮਹੀਨੇ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਨਵੀਆਂ ਅਨਾਉਂਸਮੈਂਟਸ 100% ਕਰੂਗਾ। ਐਂਡ ਜ਼ਿਆਦਾ ਜਿਹੜੀਆਂ ਅਨਾਉਂਸਮੈਂਟਸ ਹੋਣੀਆਂ ਜੀ ਉਹ ਪਰਮਾਨੈਂਟ ਰੈਜ਼ੀਡੈਂਸੀ ਨੂੰ ਲੈ ਕੇ ਹੋਣਗੀਆਂ ਜੀ। ਭਾਜੀ ਮੈਂ ਇੱਕ ਫੀਲ ਕਰਦਾ ਹੁੰਦਾ, ਸ਼ਾਇਦ ਮੈਂ ਗਲਤ ਵੀ ਹੋਵਾਂ, ਹਾਂਜੀ, ਕਿ ਆਪਾਂ ਅਕਸਰ ਹੀ ਬਾਈਪਾਸ ਦੇ ਆਦੀ ਬਹੁਤ ਆ। ਹਾਂਜੀ, ਆਪਾਂ ਨੂੰ ਇਸ ਗੱਲ ਦਾ ਇਲਮ ਹੈ ਕਿ ਜਿਹੜੇ ਬੰਦੇ ਕਿਸੇ ਵੀ ਬਾਹਰਲੇ ਮੁਲਕ ਚਾਹੇ ਨੇ, ਭਾਵੇਂ ਉਹ ਕੈਨੇਡਾ ਹੀ ਕਿਉਂ ਹੋਣ, ਹਾਂਜੀ, ਆਪਣੇ ਕੋਲ ਪਾਸਪੋਰਟ ਭਾਵੇਂ ਕੈਨੇਡੀਅਨ ਹੈ, ਹਾਂਜੀ, ਭਾਵੇਂ ਇੰਡੀਅਨ ਹੈ, ਤੇ ਭਾਵੇਂ ਕੋਈ ਹੋਰ ਮੁਲਕ ਦਾ। ਹਾਂਜੀ, ਤੁਸੀਂ ਦੇਖਿਓ, ਚਲੋ ਐਕਸਪਾਇਰ ਹੋਇਆ ਪਿਆ, ਇਹਦੀ ਕਿਹੜਾ ਹਾਲੇ ਲੋੜ ਹੈ, ਹਾਂਜੀ, ਜਦੋਂ ਜਾਣਾ ਉਹ ਬਣਾ ਲਾਂਗੇ। ਹਾਂਜੀ, ਜਦੋਂ ਆਪਣੇ ਭੈਣ ਭਰਾ ਦੋਸਤ ਮਿੱਤਰ ਰਿਸ਼ਤੇਦਾਰ ਉੱਥੇ ਨੇ, ਪਤਾ ਨਹੀਂ ਕਦੋਂ ਚੰਗਾ ਤੇ ਕਦੋਂ ਮੰਦਾ ਕੋਈ ਸੁਨੇਹਾ ਜੀ, ਇਹ ਕੋਈ ਪਤਾ ਨਹੀਂ ਕਦੋਂ ਜਾਣਾ ਪੈ ਜਾਏ, ਤੁਸੀਂ ਉਹਨੂੰ ਅਪ ਟੂ ਡੇਟ ਕਿਉਂ ਨਹੀਂ ਰੱਖਦੇ? ਤੁਸੀਂ ਬਾਅਦ ਦੇ ਵਿੱਚ ਕਿਸੇ ਦੀਆਂ ਫਰਮਾਇਸ਼ਾਂ ਲਾਉਂਦੇ ਫਿਰੋਗੇ, ਕਿਸੇ MP ਦੇ ਚੱਕਰ ਮਾਰਦੇ ਫਿਰੋਗੇ, ਯਾਰ ਮੇਰਾ ਪਾਸਪੋਰਟ ਨਹੀਂ ਬਣ ਰਿਹਾ, ਮੈਨੂੰ ਤਾਂ ਹੁਣੀ ਜ਼ਰੂਰਤ ਹੈ, ਮੈਂ ਤਾਂ ਸਵੇਰ ਨੂੰ ਚੜ੍ਹਨਾ ਹੈ। ਸੋ ਆਹ ਜਿਹੜੀ ਤੁਸੀਂ ਹੁਣੇ ਜ਼ਿਕਰ ਕੀਤਾ, ਜਦੋਂ ਤੁਹਾਨੂੰ ਪਤਾ ਹੈ ਕਿ ਤੁਸੀਂ PR ਦੀ ਫਾਈਲ ਵਾਸਤੇ ਹੱਥ ਪੈਰ ਮਾਰ ਰਹੇ ਹੋ, ਬਿਲਕੁਲ ਜੀ, ਜੇ ਅੱਜ ਮੈਡੀਕਲ ਕਰਾ ਲਓਗੇ 1 ਸਾਲ ਦੇ ਵਿੱਚ ਖਬਰ ਹੈ ਕਦੋਂ ਸਮਾਂ ਲੱਗ ਜੇ। ਤੁਸੀਂ ਆਇਲਟਸ ਕਰ ਲਓਗੇ 2 ਸਾਲਾਂ ਵਾਸਤੇ ਵੈਲਿਡ ਹੈ। PCC ਮੰਗਾ ਲਓ 3 ਮਹੀਨੇ ਵਾਸਤੇ, ਤੁਸੀਂ ਬਾਂਹ ਸਰਾਣੇ ਧਰ ਕੇ ਸੌਵੋ, ਕੋਈ ਅਨਾਉਂਸਮੈਂਟ ਹੁੰਦੀ ਹੈ ਸਭ ਤੋਂ ਪਹਿਲਾਂ ਪੇਪਰ ਤੁਹਾਡੇ ਕੋਲ ਹੋਣ। ਬਿਲਕੁਲ ਜੀ। ਐਂਡ ਈਵਨ ਮੈਂ ਕਹਿੰਦਾ ਕਿ ਜੇ ਪੁਲਿਸ ਕਲੀਅਰੈਂਸ ਜਿਵੇਂ 3 ਆਪਾਂ ਮਹੀਨੇ ਦੀ ਗੱਲ ਕਰੀ ਹੈ ਜੀ, ਜੇ ਮੰਨ ਲਓ ਚੌਥੇ ਮਹੀਨੇ 'ਚ ਵੀ ਉਹ ਐਂਟਰ ਹੋ ਚੁੱਕੀ ਹੈ, ਤੁਹਾਨੂੰ 3 ਮਹੀਨੇ ਤੋਂ ਪੁਰਾਣੀ ਹੋ ਗਈ ਹੈ, ਤੁਸੀਂ ਇੱਕ ਵਾਰੀ ਪੁਰਾਣੀ ਲਾ ਕੇ ਫਾਈਲ ਤਾਂ ਜਮ੍ਹਾਂ ਕਰਾ ਸਕਦੇ ਆ ਜੀ। ਹਾਂ, ਸੋ ਆਫਿਸਰ ਇੰਨਾ ਕੁ ਤਾਂ ਰਿਲੈਕਸੇਸ਼ਨ ਦੇ ਰਿਹਾ ਜੀ ਤੁਹਾਨੂੰ ਕਿ ਤੁਸੀਂ ਸਿਰਫ ਰਸੀਟ ਦੇ ਉੱਪਰ ਐਪਲੀਕੇਸ਼ਨ ਲਾ ਰਹੇ ਹੋ, ਤੇ ਵਾਈ ਨਾਟ ਕਿ ਤੁਸੀਂ ਪੁਰਾਣਾ ਵੀ ਲਾ ਕੇ ਵੀ ਜਿਹੜੀ ਐਪਲੀਕੇਸ਼ਨ ਇੱਕ ਵਾਰੀ ਜਮ੍ਹਾਂ ਕਰਾਈ ਜਾ ਸਕਦੀ। ਤੁਸੀਂ ਬਿਲਕੁਲ ਸਹੀ ਕਿਹਾ, ਇਹ ਆਪਣੇ ਲੋਕਾਂ ਦੀ ਆਮ ਆਦਤ ਹੈ ਜੀ ਕਿ ਆਪਾਂ ਡਿਲੇ ਕਰਦੇ ਰਹਿੰਦੇ ਹਾਂ ਹਰੇਕ ਚੀਜ਼ ਨੂੰ ਕਿ ਕੋਈ ਨਾ ਹੋ ਜੂਗਾ ਜੀ। ਐਂਡ ਬਹੁਤ ਸਾਰੇ ਐਪਲੀਕੈਂਟਸ ਅਸੀਂ ਖੁਦ ਵੀ ਕਾਲਸ ਕੀਤੀਆਂ ਜੀ, ਜਿਹੜੇ ਸਾਡੇ ਆਲਰੇਡੀ ਕੰਟੈਕਟ ਦੇ ਵਿੱਚ ਐਪਲੀਕੈਂਟ ਸੀਗੇ, ਜਿਹੜੇ ਐਲੀਜੀਬਲ ਸੀਗੇ, ਜਿਹੜੇ ਫਾਈਲ ਲਾ ਸਕਦੇ ਸੀ, ਪਰ ਹਰ ਇੱਕ ਤੋਂ ਇਹੀ ਸੁਣਨ ਨੂੰ ਮਿਲਿਆ ਜੀ ਕਿ ਸਾਡਾ ਆਇਲਸ ਨਹੀਂ ਹੈਗਾ ਜੀ, ਸਾਡੇ ਕੋਲੇ ਇਸ ਵਕਤ 12ਵੀਂ ਦਾ ਸਰਟੀਫਿਕੇਟ ਨਹੀਂ ਹੈਗਾ ਜੀ, ਉਹ ਇੰਡੀਆ ਰੱਖਿਆ ਸੀ, ਅਸੀਂ ਆਉਂਦੇ ਹੋਏ ਲੈ ਕੇ ਨਹੀਂ ਆਏ, ਜਾਂ ਅਸੀਂ ਤਾਂ ਜੀ ਹੁਣ ਮੈਡੀਕਲ ਨਹੀਂ ਬੁੱਕ ਕਰਾਇਆ, ਹੁਣ ਮੈਡੀਕਲ ਜਦੋਂ ਪੁੱਛਦੇ ਆ ਜੀ ਸਾਨੂੰ 2 ਮਹੀਨੇ ਲੇਟ ਮਿਲਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦਾ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਐਂਡ ਮੈਂ ਤੁਹਾਨੂੰ ਪਹਿਲਾਂ ਹੁਣ ਫਿਰ ਬਾਰ-ਬਾਰ ਕਹਿ ਰਿਹਾ ਜੀ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਨਵੀਂ ਅਨਾਉਂਸਮੈਂਟ ਬਹੁਤ ਜਲਦੀ ਹੋਣੀ ਹੈ। ਵਿਦਿਨ 1 or 2 ਮੰਥਸ 'ਚ ਨਵੀਆਂ ਐਪਲੀਕੇਸ਼ਨਸ ਲਈਆਂ ਜਾਣਗੀਆਂ, ਚਾਹੇ ਉਹ TR to PR ਹੈ ਜਿਹੜਾ ਪ੍ਰੋਗਰਾਮ ਹੈਗਾ ਉਹ ਹੈ, ਚਾਹੇ ਕੋਈ ਨਵਾਂ ਪਾਇਲਟ ਪ੍ਰੋਗਰਾਮ ਜਿਹੜਾ ਉਹਦੀ ਅਨਾਉਂਸਮੈਂਟ ਹੁੰਦੀ ਹੈ। ਐਪਲੀਕੇਸ਼ਨਸ ਫਿਰ PR ਦੀਆਂ ਲਈਆਂ ਜਾਣੀਆਂ। ਤੁਸੀਂ ਹਜੇ ਵੀ ਆਪਣਾ ਜਿਹੜਾ ਸਾਰਾ ਪ੍ਰੋਗਰਾਮ ਹੈਗਾ ਜੀ ਉਹਨੂੰ ਆਪਣਾ ਤਿਆਰ ਰੱਖੋ, ਆਇਲਸ ਐਕਸਪੀਰੀਅੰਸ
ਤੇ ਜਿੰਨੇ ਵੀ ਹੋਰ ਰਿਲੇਟਡ ਡਾਕੂਮੈਂਟਸ ਮੈਂ ਪਹਿਲਾਂ ਦੱਸੇ ਆ ਉਹਨਾਂ ਨੂੰ ਤਿਆਰ ਰੱਖਣਾ ਬਹੁਤ ਜ਼ਰੂਰੀ ਹੈ। ਇਹਦਾ ਮਤਲਬ ਤਿਆਰੀ ਖਿੱਚ ਕੇ ਰੱਖੋ, ਹਾਂਜੀ। ਨਿਸ਼ਾਨਾ ਵਿੰਨ ਕੇ ਰੱਖੋ, ਟਾਰਗੇਟ ਦੇਖਣਾ ਤੁਸੀਂ ਕਿੱਧਰ ਹੈ। ਬਿਲਕੁਲ। ਅੱਛਾ, ਹੁਣ ਮੈਨੂੰ ਦੱਸਿਓ, ਬਹੁਤ ਸਾਰੇ ਉਹ ਲੋਕ ਨੇ ਜਿਹੜੇ ਕੈਨੇਡਾ ਦੇ ਵਿੱਚ ਭਾਵੇਂ ਸਟੂਡੈਂਟ ਨੇ, ਹਾਂਜੀ ਭਾਵੇਂ ਵਰਕ ਪਰਮਿਟ ਤੇ ਨੇ, ਹਾਂਜੀ। ਭਾਵੇਂ PR ਹੈ ਤੇ ਭਾਵੇਂ ਇੱਥੋਂ ਦੇ ਸਿਟੀਜ਼ਨ ਨੇ, ਹਾਂਜੀ ਉਹਨਾਂ ਦੇ ਉੱਥੇ ਮਾਪੇ ਨੇ, ਕਿਸੇ ਦੇ ਬੱਚੇ ਨੇ, ਹਾਂਜੀ ਕਿ ਉਹ ਇਸ ਵਕਤ ਲੰਬੇ ਸਮੇਂ ਤੋਂ ਉਡੀਕ ਕਰੀ ਜਾਂਦੇ ਸੀ। ਹਾਂਜੀ ਕਈਆਂ ਨੇ ਤਾਂ ਵਿਜ਼ਟਰ ਵੀਜ਼ਾ ਅਪਲਾਈ ਵੀ ਕੀਤਾ ਸੀ, ਹਾਂਜੀ ਬਹੁਤ ਸਾਰੇ ਅਪਲਾਈ ਕਰਨ ਬਾਰੇ ਸੋਚ ਵੀ ਰਹੇ ਹੋਣਗੇ। ਹਾਂਜੀ। ਕੀ ਸਭ ਕੁਝ ਠੱਪ ਹੋਇਆ ਪਿਆ ਕੋਵਿਡ ਕਰਕੇ ਜਾਂ ਵੀਜ਼ੇ ਲੱਗ ਰਹੇ ਨੇ? ਦੇਖੋ ਜੀ, ਮੈਂ ਤੁਹਾਡੇ ਮਾਧਿਅਮ ਰਾਹੀਂ ਇੱਥੇ ਇੱਕ ਹੋਰ ਨਵੀਂ ਜਿਹੜੀ ਨਿਊਜ਼ ਤੁਹਾਡੇ ਨਾਲ ਸਾਂਝੀ ਕਰਨਾ ਚਾਹਣਾ। ਜੀ। ਅੱਜ ਹੀ ਰੀਸੈਂਟਲੀ ਇਹਦੀ ਅਨਾਉਂਸਮੈਂਟ ਹੋਈ ਹੈ ਜੀ। ਜੀ। ਸੋ ਅੱਜ ਨਵੀਂ ਜਿਹੜੀ ਅਨਾਉਂਸਮੈਂਟ ਆ ਉਹਦੇ 'ਚ ਇਹ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹੋ, ਚਾਹੇ ਤੁਸੀਂ ਐਜ਼ ਏ ਪੇਰੈਂਟ ਰਹਿ ਰਹੇ ਹੋ ਜੀ, ਚਾਹੇ ਤੁਸੀਂ ਬੱਚੇ ਰਹਿ ਰਹੇ ਹੋ ਤੇ ਤੁਹਾਡੇ ਪੇਰੈਂਟਸ ਇੰਡੀਆ 'ਚ ਰਹਿ ਰਹੇ ਆ, ਚਾਹੇ ਤੁਹਾਡੇ ਭੈਣ ਭਰਾ ਜਿਹੜੇ ਆ ਉਹ ਇੰਡੀਆ 'ਚ ਰਹਿ ਰਹੇ ਆ, ਉਹਨਾਂ ਨੇ ਜੇਕਰ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਆਲਰੇਡੀ ਪਾਈ ਹੋਈ ਹੈ, ਅੱਛਾ, ਕੈਨੇਡਾ ਦੇ ਇਮੀਗ੍ਰੇਸ਼ਨ ਦੇ ਲਈ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਪਾਈ ਹੈ ਕੌਂਸਲੇਟ ਨੂੰ, ਅਤੇ ਉਹ ਕੋਵਿਡ ਕਰਕੇ ਐਪਲੀਕੇਸ਼ਨ ਸਟਕ ਹੈ, ਉਹਦਾ ਰਿਜ਼ਲਟ ਨਹੀਂ ਆ ਰਿਹਾ ਜੀ, ਲੰਬਾ ਸਮਾਂ ਹੋ ਗਿਆ, ਉਹ ਅੰਡਰ ਪ੍ਰੋਸੈਸ ਹਜੇ ਐਪਲੀਕੇਸ਼ਨ ਪਈ ਹੈ, ਤਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਅੱਜ ਜਿਹੜੀ ਅਨਾਉਂਸਮੈਂਟ ਕੀਤੀ ਉਹ 'ਚ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਸਾਨੂੰ ਵੈਬ ਫਾਰਮ ਦੇ ਰਾਹੀਂ ਇੱਕ ਰਿਕੁਐਸਟ ਪਾ ਸਕਦੇ ਹੋ। ਅੱਛਾ, ਜਦੋਂ ਤੁਹਾਡੀ ਰਿਕੁਐਸਟ ਸਾਨੂੰ ਮਿਲ ਜੂਗੀ ਤਾਂ ਅਸੀਂ ਉਹ ਐਪਲੀਕੇਸ਼ਨ 14 ਦਿਨ ਦੇ ਵਿੱਚ ਪ੍ਰੋਸੈਸ ਕਰਾਂਗੇ ਜੀ। ਸੋ ਇਹ ਅੱਜ ਦੀ ਨਵੀਂ ਅਨਾਉਂਸਮੈਂਟ ਹੈ, ਐਂਡ ਇਹਦੇ ਵਿੱਚ ਸਾਰੇ ਹੀ ਉਹ ਐਪਲੀਕੈਂਟਸ ਜਾਂ ਸਪਾਂਸਰ ਜਿਹੜੇ ਇੱਥੇ ਬੈਠੇ ਆ ਜੀ, ਉਹ ਐਲੀਜੀਬਲ ਹੈਗੇ ਆ ਜਿਨ੍ਹਾਂ ਦੇ ਬੱਚੇ ਜਾਂ ਮਾਪਿਓ ਜਾਂ ਭੈਣ ਭਰਾ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ, ਵਰਕ ਪਰਮਿਟ ਜਾਂ ਸਟੱਡੀ ਪਰਮਿਟ ਤੇ ਰਹਿ ਰਹੇ ਆ। ਅੱਛਾ, ਇਹ ਤਾਂ ਤੁਸੀਂ ਗੱਲ ਕੀਤੀ ਕਿ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ, ਹਾਂਜੀ, ਕੀ ਅਪਲਾਈ ਵੀ ਕੀਤਾ ਜਾ ਸਕਦਾ? ਅਪਲਾਈ ਵੀ ਕੀਤਾ ਜਾ ਸਕਦਾ ਜੀ। ਸੋ ਇਹ ਸਾਰੇ ਸਾਈਨ ਨੇ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਟਰੈਵਲ ਰੈਸਟ੍ਰਿਕਸ਼ਨ ਜਿਹੜੀਆਂ ਹੈਗੀਆਂ ਉਹ ਚੱਕੀਆਂ ਜਾਣਗੀਆਂ, ਅਤੇ ਆਪਾਂ ਸਾਰਿਆਂ ਨੂੰ ਪਤਾ ਕਿ ਇੰਜੈਕਸ਼ਨ ਕੈਨੇਡਾ ਦੇ ਵਿੱਚ ਤਾਂ ਬੜੀ ਤੇਜ਼ੀ ਨਾਲ ਲੱਗ ਰਿਹਾ ਜੀ, ਤੇ ਬਾਹਰਲੀਆਂ ਕੰਟਰੀਆਂ ਵੀ ਹੁਣ ਵੈਕਸੀਨੇਸ਼ਨ ਵੱਲ ਬਹੁਤ ਧਿਆਨ ਦੇ ਰਹੀਆਂ ਕਿਉਂਕਿ ਸੋਰਸ ਕੰਟਰੀ ਵੀ ਦੇਖੀ ਜਾਂਦੀ ਹੈ ਜੀ। ਸੋ ਇਮੀਗ੍ਰੇਸ਼ਨ ਦੇ ਲਈ ਜੇਕਰ ਮੈਂ ਸੋਰਸ ਕੰਟਰੀ ਹੈ, ਇਸ ਵਕਤ ਸਭ ਤੋਂ ਵੱਡੀ ਕੰਟਰੀ ਜਿਹੜੀ ਉਹ ਇੰਡੀਆ ਹੀ ਹੈ ਜੀ। ਸੋ ਇੰਡੀਆ ਤੋਂ ਜ਼ਿਆਦਾ ਜਿਹੜੀ ਇਮੀਗ੍ਰੇਸ਼ਨ ਹੋ ਰਹੀ ਹੈ, ਸੋ ਉੱਧਰ ਵੀ ਆਈ ਨੋ ਕਿ ਉੱਥੇ ਕਾਫੀ ਕੋਵਿਡ ਦੇ ਕੇਸਿਸ ਵੱਧ ਰਹੇ ਆ, ਪਰ ਇਹਨਾਂ ਨੇ ਜਿਹੜੇ ਆਪਣੇ ਪ੍ਰੋਟੋਕੋਲ ਦੇ ਵਿੱਚ ਜਿਵੇਂ ਵੀ ਟੈਸਟ ਉੱਧਰੋਂ ਵੀ ਲੈ ਕੇ ਆਉਣਾ, ਇੱਥੇ ਆ ਕੇ ਵੀ ਟੈਸਟ ਹੋਣਾ ਜੀ, ਫਿਰ ਇੱਥੇ ਕੁਆਰੰਟਾਈਨ ਵੀ ਕਰਨਾ ਹੈ। ਸੋ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਵੀਜ਼ਾਸ ਇਸ਼ੂ ਹੋਣਗੇ ਜੀ। ਜਿੱਥੋਂ ਤੱਕ ਮੈਨੂੰ ਲੱਗਦਾ ਹੈ ਜੁਲਾਈ ਤੱਕ ਜਾਂ ਜੂਨ ਦੇ ਐਂਡ ਤੱਕ ਵੀਜ਼ਾਸ ਕਾਫੀ ਇਸ਼ੂ ਹੋਣਗੇ ਜੀ। ਅੱਛਾ, ਇੱਕ ਹੋਰ ਦੱਸਿਓ, ਜਿਸ ਤਰ੍ਹਾਂ ਇਹ ਤਾਂ ਤੁਸੀਂ ਦੱਸ ਦਿੱਤਾ ਕਿ ਜੇਕਰ ਵਿਜ਼ਟਰ ਵੀਜ਼ੇ ਦੇ ਤੌਰ ਤੇ ਆਉਣਾ ਕਿਸੇ ਨੇ ਵਿਜ਼ਟ ਕਰਨ ਵਾਸਤੇ, ਹਾਂਜੀ, ਪਰ ਬਹੁਤ ਸਾਰੇ ਲੋਕ ਕਾਮਿਆਂ ਦੀ ਤਲਾਸ਼ ਵਿੱਚ ਵੀ ਹੈ, ਹਾਂਜੀ, ਕਿ ਉਹਨਾਂ ਵਾਸਤੇ ਵੀ ਪ੍ਰੋਸੈਸ ਚੱਲ ਰਿਹਾ ਜੀ? ਹਾਂਜੀ, ਇਹ ਵੀ ਨਵੀਂ ਅਨਾਉਂਸਮੈਂਟ ਜਿਹੜੀ ਹੈਗੀ ਹੈ ਜੋ ਪਿਛਲੇ ਵੀਕ ਹੋਈ ਹੈ। ਇਹਦੇ ਵਿੱਚ ਗਵਰਨਮੈਂਟ ਨੂੰ ਪਤਾ ਹੈ, ਆਪਾਂ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਗੱਲਾਂ ਕਰਦੇ ਰਹੇ ਹਾਂ ਕਿ ਜਿਹੜੀ ਟਰੱਕਿੰਗ ਇੰਡਸਟਰੀ ਹੈ ਜਾਂ ਫਾਰਮਿੰਗ ਇੰਡਸਟਰੀ ਹੈ ਜਾਂ ਸਾਡੀ ਮੈਨੂਫੈਕਚਰਿੰਗ ਇੰਡਸਟਰੀ ਹੈਗੀ ਹੈ ਜਾਂ ਫਿਸ਼ਿੰਗ ਇੰਡਸਟਰੀ ਹੈ, ਡੇਅਰੀ ਫਾਰਮਿੰਗ ਹੈਗੀ ਹੈ, ਉਹ ਸਾਰੀ ਬੜੀ ਪ੍ਰਭਾਵਿਤ ਹੋਈ ਸੀ ਲਾਸਟ ਈਅਰ। ਐਂਡ ਗਵਰਨਮੈਂਟ ਨੂੰ ਪਤਾ ਹੈ ਕਿ ਬਹੁਤ ਸਾਰੇ ਜਿਹੜਾ ਲਾਸ ਹੈ ਉਹਦਾ ਸਾਹਮਣਾ ਕਰਨਾ ਪਿਆ ਸੀ ਬਿਜ਼ਨਸਿਸ ਨੂੰ, ਐਂਡ ਈਵਨ ਗਵਰਨਮੈਂਟ ਨੂੰ ਬੈਨੀਫਿਟਸ ਦੇਣੇ ਪਏ ਸੀਗੇ ਐਕਸਟਰਾ ਇਹਨਾਂ ਬਿਜ਼ਨਸਿਸ ਨੂੰ, ਇਹਨਾਂ ਇੰਡਸਟਰੀਜ਼ ਨੂੰ ਰਨ ਕਰਦੇ ਰਹਿਣ ਦੇ ਲਈ। ਸੋ ਹੁਣ ਇਸ ਵਾਰੀ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਫਾਸਟ ਪ੍ਰੋਸੈਸਿੰਗ ਦੀ ਅਨਾਉਂਸਮੈਂਟ ਕੀਤੀ ਹੈ ਕਿ ਜਿਹੜੇ ਵਰਕਰਸ ਸਪੈਸ਼ਲੀ ਜਿਹੜੀਆਂ ਆਪਣੀਆਂ ਇਸ ਵਕਤ ਬਹੁਤ ਬਿਜ਼ੀ ਫਾਰਮਿੰਗ ਇੰਡਸਟਰੀ ਹੈ ਜੀ, ਅਤੇ ਜਿਹੜੀ ਟਰੱਕਿੰਗ ਇੰਡਸਟਰੀ ਆ, ਜਿਹੜੇ ਐਸੈਂਸ਼ੀਅਲ ਵਰਕਰਸ ਹੋਣਗੇ, ਇਹਨਾਂ ਦੀਆਂ ਐਪਲੀਕੇਸ਼ਨਸ ਆ ਇਹ ਜਲਦੀ ਪ੍ਰੋਸੈਸ ਕੀਤੀਆਂ ਜਾਣਗੀਆਂ ਜੀ। ਇਹਨਾਂ ਦੀ ਜਿਹੜੀ ਫਾਸਟ ਪ੍ਰੋਸੈਸਿੰਗ ਆ ਉਹਦੀ ਅਨਾਉਂਸਮੈਂਟ ਹੋਈ ਹੈ। ਸੋ ਮੈਂ ਕਹੂੰਗਾ ਕਿ ਜੇ ਤੁਸੀਂ ਐਲੀਜੀਬਲ ਹੈਗੇ ਹੋ ਅਤੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ, ਚਾਹੇ ਉਹ ਫਾਰਮਿੰਗ ਹੈ ਚਾਹੇ ਟਰੱਕਿੰਗ ਹੈ, ਤਾਂ ਤੁਸੀਂ ਐਪਲੀਕੇਸ਼ਨ ਜਲਦੀ ਲਾ ਲਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਐਪਲੀਕੇਸ਼ਨਸ ਅਪਰੂਵ ਹੋਣ ਦੇ ਚਾਂਸਸ ਨੇ ਜੀ। ਕਿਉਂਕਿ ਸੀਜ਼ਨਲ ਵਰਕ ਰਹਿੰਦਾ ਬੇਸਿਕਲੀ ਫਾਰਮਾਂ ਦਾ। ਹੁਣ ਆਪਣੇ ਤਾਂ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਜੀ, ਚੱਲ ਵੀ ਰਿਹਾ ਤੇ ਲੰਬਾ ਹਜੇ ਚੱਲਣਾ ਵੀ ਹੈ। ਚੱਲਣਾ ਜੀ, ਕਿਉਂਕਿ ਹਰ ਵਾਰ ਹੁੰਦਾ ਕਿ ਅੱਗੇ ਤਾਂ ਕਦੇ ਮੈਕਸੀਕੋ ਤੋਂ ਆ ਜਾਂਦੇ ਸੀ, ਕਦੇ ਆਪਾਂ ਦੇਖਿਆ ਕਿ ਬਹੁਤ ਸਾਰੇ ਫਾਰਮਾਂ ਦੇ ਵਿੱਚ ਪੰਜਾਬੀ ਬੰਦੇ ਬੋਲਣ ਵਾਲੇ ਨੇ, ਕਿਉਂਕਿ ਆਪਾਂ ਉੱਥੇ ਖੇਤੀਬਾੜੀ ਕਰਦੇ ਆਏ, ਇੱਥੇ ਵੀ ਵੱਡੀ ਗਿਣਤੀ ਵਿੱਚ ਲੋਕ ਫਾਰਮਿੰਗ ਕਰਦੇ ਆ। ਪਰ ਉਹਨਾਂ ਨੂੰ ਵੀ ਹੁੰਦਾ ਯਾਰ, ਜੇ ਸਾਡੇ ਬਜ਼ੁਰਗ ਸਾਡੇ ਨਾਲ ਖੇਤੀਬਾੜੀ ਦਾ ਧੰਦਾ ਕਰਾਉਂਦੇ ਆ ਤਾਂ ਮੈਕਸੀਕਿਆਂ ਦੇ ਨਾਲ ਉਹਨਾਂ ਦੀ ਕਈ ਵਾਰੀ ਚਾਲ ਮੇਚ ਨਹੀਂ ਆਉਂਦੀ, ਮਾਲ ਮੇਚ ਨਹੀਂ ਆਉਂਦੀ, ਜ਼ੁਬਾਨ ਦਾ ਪੰਗਾ ਪੈ ਜਾਂਦਾ ਹੈ। ਕਿ ਜਿਹੜੇ ਬੰਦਿਆਂ ਕੋਲੇ ਅੰਗਰੇਜ਼ੀ 'ਚ ਹੱਥ ਟਾਈਟ ਹੈ ਉਹ ਵੀ ਫਾਰਮਿੰਗ 'ਚ ਆ ਸਕਦੇ ਆ? ਹਾਂਜੀ, ਜਿਹੜਾ ਫਾਰਮ ਵਰਕਰ ਦਾ ਵੀਜ਼ਾ ਜੀ, ਇਹ ਬਹੁਤ ਮੈਂ ਕਹੂੰਗਾ ਕਿ ਲਾਹੇਵੰਦ ਵੀਜ਼ਾ ਸਾਡੇ ਇੱਥੋਂ ਦੇ ਇੰਪਲੋਇਰਸ ਦੇ ਲਈ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਜਿਹੜੇ ਫਾਰਮਰਸ, ਵੱਡੇ ਫਾਰਮਰ, ਉਹ ਆਪਣੇ ਪੰਜਾਬੀ ਸਪੀਕਿੰਗ ਜਾਂ ਹਿੰਦੀ ਸਪੀਕਿੰਗ ਹੁੰਦੇ ਨੇ ਜੀ, ਐਂਡ ਉਹਨਾਂ ਨੂੰ ਕਈ ਵਾਰੀ ਪਿੱਚ ਨਹੀਂ ਪੈਂਦੀ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਸੋ ਜੇ ਤੁਹਾਡੇ ਕੋਲੇ ਫਾਰਮਿੰਗ ਦਾ ਐਕਸਪੀਰੀਅੰਸ ਹੈ ਅਤੇ ਤੁਸੀਂ ਕੈਨੇਡਾ ਦੇ ਵਿੱਚ ਐਜ਼ ਏ ਫਾਰਮ ਵਰਕਰ ਕੰਮ ਕਰਨਾ ਚਾਹੁੰਦੇ ਆ ਅਤੇ ਤੁਹਾਡੇ ਕੋਲ ਐਲੀਜੀਬਲ ਇੰਪਲੋਇਰ ਤੋਂ ਜੋਬ ਆਫਰ ਹੈਗਾ ਆ ਕੈਨੇਡਾ ਦੇ ਵਿੱਚ ਕੰਮ ਕਰਨ ਦੇ ਲਈ,
ਤਾਂ ਤੁਸੀਂ ਵਿਦਆਊਟ ਇੰਗਲਿਸ਼ ਕੈਨੇਡਾ ਦੇ ਵਿੱਚ ਆ ਕੇ ਕੰਮ ਕਰ ਸਕਦੇ ਆ ਜੀ। ਉਹਦੇ ਲਈ ਕੋਈ ਆਇਲਟਸ ਦੀ ਲੋੜ ਨਹੀਂ ਹੈਗੀ। ਮੈਨੂੰ ਬਹੁਤ ਵਾਰੀ ਜਿਹੜਾ ਫੋਨ ਕਾਲਸ ਆਉਂਦੀਆਂ ਜੀ ਕਿ ਹੋਰ ਵੀ ਕੀ ਰਿਕੁਆਇਰਮੈਂਟ ਹੈ ਜੇ ਫਾਰਮ ਵਰਕਰ ਦਾ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ ਤੇ ਉਹਦੇ ਲਈ ਫਰਦਰ ਰਿਕੁਆਇਰਮੈਂਟਸ ਕੀ ਹੈ। ਮੈਂ ਪਹਿਲਾਂ ਵੀ ਇੱਕ ਵਾਰੀ ਪ੍ਰੋਗਰਾਮ 'ਚ ਦੱਸੀਆਂ ਸੀ, ਮੈਂ ਫੇਰ ਦੱਸ ਦਿੰਦਾ ਜੀ ਕਿ ਜੇਕਰ ਕਿਸੇ ਨੇ ਵੀ ਫਾਰਮਿੰਗ ਦੇ ਵਿੱਚ ਵੀਜ਼ਾ ਅਪਲਾਈ ਕਰਨਾ ਹੈ ਐਜ਼ ਏ ਵਰਕਰ, ਫਾਰਮ ਵਰਕਰ ਦੀ ਮੈਂ ਗੱਲ ਕਰ ਰਿਹਾ, ਜਾਂ ਨਰਸਰੀ ਦੇ ਵਿੱਚ ਕੰਮ ਕਰਨ ਲਈ ਆਉਣਾ, ਤਾਂ ਉਹਦੇ ਲਈ ਸਭ ਤੋਂ ਪਹਿਲਾਂ ਜੀ ਤੁਹਾਡੇ ਫਾਰਮਿੰਗ ਦੇ ਰਿਲੇਟਡ, ਜੇ ਤੁਸੀਂ ਇੰਡੀਆ 'ਚ ਰਹਿ ਰਹੇ ਹੋ, ਪੰਜਾਬ 'ਚ ਰਹਿ ਰਹੇ ਹੋ, ਤਾਂ ਤੁਹਾਡੇ ਕੋਲੇ ਜਿਹੜੀਆਂ ਜ਼ਮੀਨ ਦੀਆਂ ਫਰਦਾਂ ਹੁੰਦੀਆਂ ਜਿਹਨੂੰ ਆਪਾਂ ਲੈਂਡ ਰੈਕਰਡਸ ਕਹਿੰਦੇ ਆ ਜੀ, ਉਹ ਤੁਹਾਡੇ ਕੋਲੇ ਹੋਣਾ ਬੜਾ ਜ਼ਰੂਰੀ ਹੈ। ਜੇਕਰ ਤੁਹਾਡੇ ਨਾਮ ਤੇ ਲੈਂਡ ਨਹੀਂ ਹੈਗੀ, ਤੁਹਾਡੇ ਫਾਦਰ ਦੇ ਨਾਮ ਤੇ ਹੈ, ਤਾਂ ਤੁਹਾਡੇ ਕੋਲੇ ਲੀਜ਼ ਐਗਰੀਮੈਂਟ ਸਾਈਨ ਹੋਇਆ ਹੋਣਾ ਚਾਹੀਦਾ ਹੈ ਆਪਦੇ ਫਾਦਰ ਤੋਂ ਕਿ ਜਿਹੜੇ ਮੇਰੇ ਫਾਰਮਿੰਗ ਦੇ ਆਪਰੇਸ਼ਨਸ ਹੈਗੇ ਆ, ਇਹ ਮੇਰਾ ਬੇਟਾ ਜਾਂ ਮੇਰੀ ਬੇਟੀ ਦੇਖ ਰਹੀ ਹੈ। ਅਤੇ ਦੂਸਰਾ ਜਿਹੜਾ ਹੈਗਾ ਜੀ ਜੇ ਫਾਰਮ ਰੈਕਡ ਹੁੰਦਾ ਜੀ, ਉਹ ਜ਼ਮੀਨ ਵੇਚੀ ਜਿਹੜੀ ਆਪਾਂ ਵੇਚ ਕੇ ਰਸੀਟ ਲੈਂਦੇ ਆ, ਤਾਂ ਉਹ ਤੁਹਾਡੇ ਨਾਮ ਤੇ ਹੋਣੀ ਚਾਹੀਦੀ ਹੈ, ਐਪਲੀਕੈਂਟ ਦੇ ਨਾਮ, ਫਸਲ ਵੇਚ ਕੇ। ਹਾਂਜੀ ਜੀ। ਜੋ ਵੀ ਹੋਰ ਰਸੀਟਸ ਹੁੰਦੀਆਂ ਆ, ਜਿਵੇਂ ਆਪਾਂ ਦਵਾਈਆਂ ਲੈਂਦੇ ਆ ਜੀ, ਰੇ ਸਪਰੇਅ ਲੈਂਦੇ ਆ, ਯੂਰੀਆ ਲੈਂਦੇ ਆ, ਉਹ ਸਾਰੇ ਜਿਹੜੇ ਬਿਲਸ ਹੈਗੇ ਆ ਜੀ, ਉਹ ਐਪਲੀਕੈਂਟ ਦੇ ਨਾਮ ਤੇ ਹੋਣੇ ਚਾਹੀਦੇ ਆ। ਸੋ ਇਵੇਂ ਦੀਆਂ ਜਿਹੜੇ ਸਾਰੇ ਡਾਕੂਮੈਂਟਸ ਹੈਗੇ ਆ, ਬਹੁਤ ਵੱਡਾ ਰੋਲ ਪਲੇ ਕਰਦੇ ਹੈਗੇ ਆ ਤੁਹਾਡੀ ਜੈਨੂਨੈਸ ਸ਼ੋਅ ਕਰਨ ਦੇ ਵਿੱਚ, ਜਦੋਂ ਤੁਸੀਂ ਵਰਕਰ ਦੇ ਤੌਰ ਤੇ ਅਪਲਾਈ ਕਰਦੇ ਆ। ਜੇਕਰ ਤੁਹਾਡੇ ਕੋਲ 10ਵੀਂ ਦਾ ਸਰਟੀਫਿਕੇਟ ਹੈਗਾ, ਉਹ ਚੱਲੂਗਾ ਜੀ। ਬਹੁਤ ਬੰਦੇ ਪੁੱਛਦੇ ਆ ਕਿ 12ਵੀਂ ਚਾਹੀਦੀ ਹੈ, 12ਵੀਂ ਦੀ ਲੋੜ ਨਹੀਂ ਹੈਗੀ, 10ਵੀਂ ਵੀ ਫਾਰਮ ਵਰਕਰ ਲਈ ਐਲੀਜੀਬਲ ਹੈਗੇ ਆ ਜੀ। ਅੱਛਾ, ਜਿਹੜਾ ਹੁਣ ਆਹ ਪ੍ਰੋਗਰਾਮ ਖੋਲ੍ਹਿਆ ਸੀ ਜਿਹਦੇ ਵਿੱਚ ਆਪਾਂ ਗੱਲ ਕਰ ਰਹੇ ਸੀ, ਬਹੁਤ ਸਾਰੇ ਫਾਰਮ ਵਰਕਰ ਵੀ ਆਏ ਹੋਏ ਆ, ਹਾਂਜੀ, ਕਿ ਉਹ ਵੀ ਇਹ 'ਚ ਕੁਆਲੀਫਾਈ ਕਰਦੇ ਆ ਜੀ? ਬਿਲਕੁਲ ਜੀ। ਜਿਨ੍ਹਾਂ ਐਪਲੀਕੈਂਟਸ ਨੇ ਜੀ 1 ਸਾਲ ਕੰਮ ਕੀਤਾ ਸੀਗਾ ਕੈਨੇਡਾ ਦੇ, ਕਿਸੇ ਵੀ ਕੈਟਾਗਰੀ 'ਚ ਕੀਤਾ, ਕਿਸੇ ਵੀ ਕੈਟਾਗਰੀ 'ਚ ਕੀਤਾ ਸੀਗਾ। ਮੇਨਲੀ ਜਿਹੜੀ ਆਪਣੇ ਫਾਰਮਿੰਗ ਹੈ ਜੀ, ਕੰਸਟਰਕਸ਼ਨ ਇੰਡਸਟਰੀ ਹੈਗੀ ਹੈ, ਜਾਂ ਕਿਸੇ ਨੇ ਗੈਸ ਸਟੇਸ਼ਨ ਦੇ ਵਿੱਚ ਕੀਤਾ ਹੈ, ਜਾਂ ਕਿਸੇ ਨੇ ਵੇਅਰ ਹਾਊਸ ਦੇ ਵਿੱਚ ਕੰਮ ਕੀਤਾ ਹੈ, ਗਰੋਸਰੀ ਸਟੋਰ ਦੇ ਵਿੱਚ ਐਜ਼ ਏ ਕੈਸ਼ੀਅਰ ਕੰਮ ਕੀਤਾ ਹੈ, ਉਹ ਸਾਰੇ ਦੇ ਸਾਰੇ ਜੀ ਜਿਹੜੇ ਉਹ ਐਲੀਜੀਬਲ ਸੀਗੇ ਜਿਨ੍ਹਾਂ ਨੇ 1 ਸਾਲ ਕੰਮ ਕੀਤਾ ਹੈ ਤੇ ਕਰੰਟਲੀ ਅੱਜ ਦੀ ਡੇਟ 'ਚ ਉਹਨਾਂ ਕੋਲ ਜੌਬ ਹੈਗੀ, ਉਹ ਹਜੇ ਵੀ ਕੰਮ ਕਰ ਰਹੇ ਆ। ਇਹ ਜ਼ਰੂਰੀ ਨਹੀਂ ਕਿ ਉਹਨਾਂ ਨੇ ਜੇ ਪਿਛਲੇ 1 ਸਾਲ ਦਾ ਐਕਸਪੀਰੀਅੰਸ ਕਿਸੇ ਹੋਰ ਇੰਪਲੋਇਰ ਤੋਂ ਲਿਆ ਤੇ ਅੱਜ ਵੀ ਉਹ ਉਸੇ ਇੰਪਲੋਇਰ ਨਾਲ ਹੀ ਕੰਮ ਕਰਦੇ ਹੋਣੇ ਚਾਹੀਦੇ ਆ। ਨਹੀਂ, ਜੇਕਰ ਉਹਨਾਂ ਨੇ ਪਿਛਲੇ ਸਾਲ 1 ਸਾਲ ਕਿਸੇ ਹੋਰ ਇੰਪਲੋਇਰ ਨਾਲ ਕੰਮ ਕੀਤਾ ਤੇ ਅੱਜ ਉਹਨਾਂ ਕੋਲੇ ਜੌਬ ਆਫਰ ਹੈਗੀ ਹੈ, ਚਾਹੇ ਉਹ ਕਿਸੇ ਵੀ ਇੰਪਲੋਇਰ ਤੋਂ ਆ, ਤਾਂ ਉਹ ਐਲੀਜੀਬਲ ਨੇ, ਕੰਮ ਕਰਦੇ ਹੋਣੇ ਚਾਹੀਦੇ ਨੇ। ਹਾਂਜੀ, ਭਾਵੇਂ ਤੁਹਾਡਾ ਫੀਲਡ ਬਦਲ ਵੀ ਚੁੱਕਾ ਹੈ ਜੀ, ਚਾਹੇ ਤੁਹਾਡਾ ਇੰਪਲੋਇਰ ਵੀ ਬਦਲ ਚੁੱਕਾ ਹੈ ਤੇ ਤੁਹਾਡਾ ਫੀਲਡ ਵੀ, ਚਾਹੇ ਕੋਈ ਬੰਦਾ ਪਹਿਲਾਂ ਫਾਰਮਿੰਗ 'ਚ ਕੰਮ ਕਰਦਾ ਸੀਗਾ, ਅੱਜ ਉਹ ਕੰਸਟਰਕਸ਼ਨ 'ਚ ਕਰਦਾ, ਉਹ ਮੈਟਰ ਨਹੀਂ ਕਰਦਾ ਜੀ। ਅੱਛਾ, ਕਿਹਦੇ ਨਾਲ ਇਹ ਦੱਸਿਓ, ਕਿਉਂਕਿ ਪਹਿਲਾਂ ਤੋਂ ਆ ਗਏ, ਉਦੋਂ ਆਇਲਟਸ ਦੀ ਜ਼ਰੂਰਤ ਹੀ ਹੈ ਨਹੀਂ ਸੀ। ਹਾਂਜੀ, ਪਰ ਇਹਦੇ ਵਿੱਚ ਮਿਨੀਮਮ ਬੈਂਚਮਾਰਕ ਕਿੰਨਾ ਹੈ? ਇਹਦੇ ਵਿੱਚ ਮਿਨੀਮਮ ਜੀ ਸਿਰਫ ਤੇ ਸਿਰਫ 4 ਬੈਂਡ ਦਾ ਰੱਖਿਆ ਗਿਆ ਜੀ। ਇਹ ਈਚ ਨੇ ਜੀ? ਨਹੀਂ ਜੀ, CLB ਲੈਵਲ 4। ਇਹਦੇ CLB ਲੈਵਲ 4 ਜਦੋਂ ਮੈਂ ਕਹਿੰਦਾ ਜੀ, ਤਾਂ ਸਿਰਫ ਸਪੀਕਿੰਗ ਦੇ ਵਿੱਚ 4.5 ਨੰਬਰ ਚਾਹੀਦੇ ਆ ਜੀ। ਸੌਰੀ, ਲਿਸਨਿੰਗ ਦੇ ਵਿੱਚ ਜੀ। ਸਪੀਕਿੰਗ ਦੇ ਵਿੱਚ 4 ਨੰਬਰ ਚਾਹੀਦੇ ਆ, ਰੀਡਿੰਗ ਦੇ ਵਿੱਚ 3.5 ਤੇ ਰਾਈਟਿੰਗ ਦੇ ਵਿੱਚ 4 ਜੀ। ਅੱਛਾ, ਇਹਦਾ ਮਤਲਬ ਕੁੱਲ ਮਿਲਾ ਕੇ 4 ਚਾਹੀਦੇ ਆ। ਮੈਨੂੰ ਲੱਗਦਾ ਇਹ ਸੁਖਾਲਾ ਕੰਮ ਹੈ, ਜੈਸ ਨੂੰ ਜਿਹੜੇ ਨੂੰ ਮੇਰੇ ਵਰਗਾ ਬੰਦਾ ਉਹ ਕਰ ਸਕਦਾ। ਐਂਡ ਬਹੁਤ ਸਾਰੇ ਲੋਕ ਹਜੇ ਵੀ ਕਾਲਸ ਕਰਦੇ ਆ ਕਿ ਇਹਨੂੰ ਚੱਕ ਦੇਣਾ ਚਾਹੀਦਾ ਜੀ। ਮੈਂ ਇਹ ਤਾਂ ਐਜੀਟੇਸ਼ਨ ਹੋ ਰਹੇ ਨੇ। ਹਾਂਜੀ, ਮੈਨੂੰ ਲੱਗਦਾ ਵੀ ਦੇਖੋ, ਜਦੋਂ ਸਰਕਾਰ ਆ, ਜਦੋਂ ਕੋਈ ਕਾਨੂੰਨ ਪਾਸ ਕਰਦੀ ਹੈ, ਕਿਉਂਕਿ ਆਪਾਂ ਕਾਨੂੰਨ ਦੀ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ। ਹਾਂਜੀ, ਜਦੋਂ ਕਾਨੂੰਨ ਦੇ ਵਿੱਚ ਤਬਦੀਲੀ ਕਰਨੀ ਹੈ, ਸੰਵਿਧਾਨ ਦੇ ਵਿੱਚ ਕੀ ਲਿਖਿਆ ਗਿਆ, ਕਾਨੂੰਨ 'ਚ ਕੀ ਲਿਖਿਆ ਗਿਆ, ਉਹਦੇ ਵਾਸਤੇ ਤੁਹਾਨੂੰ ਪਾਰਲੀਮੈਂਟ ਸੱਦਣੀ ਪੈਣੀ ਹੈ। ਹਾਂਜੀ, ਪਾਰਲੀਮੈਂਟ ਸੱਦ ਕੇ ਲੋੜੀਂਦਾ ਬਹੁਮਤ ਪ੍ਰਾਪਤ ਕਰਨਾ ਪੈਣਾ। ਯੈਸ, ਉਹਦੇ ਤੋਂ ਬਗੈਰ, ਕਿਉਂਕਿ ਇਮੀਗ੍ਰੇਸ਼ਨ ਮਿਨਿਸਟਰ ਨੇ ਆਪਣੀ ਪਾਵਰ ਵਰਤੀ ਹੈ। ਹਾਂਜੀ, ਉਹਨਾਂ ਨੇ ਆਖ ਦਿੱਤਾ ਕਿ 90,000 ਬੰਦੇ ਭਾਈ ਅਸੀਂ ਇਹਨਾਂ ਕੈਟਾਗਰੀ 'ਚ ਅਸੀਂ ਪੱਕੇ ਕਰ ਦੇਣੇ ਆ। ਪਰ ਜੇ ਉਹ ਚੱਕਣਾ ਚਾਹਵੇ, ਯਾਦ ਹੋਵੇ ਕਿ ਹਾਰਪਰ ਗਵਰਨਮੈਂਟ ਵੇਲੇ ਲਿਖਤੀ ਹੋ ਚੁੱਕਿਆ ਹੈ, ਸੰਵਿਧਾਨਕ ਰੂਪ ਧਾਰਨ ਕਰ ਚੁੱਕਿਆ, ਉਹ ਬਦਲਣਾ ਪਊ। ਬਿਲਕੁਲ ਸੱਚ ਹੈ ਜੀ, ਜਿਵੇਂ ਤੁਸੀਂ ਕਿਹਾ, ਇਹ ਬਿਲਕੁਲ ਸਹੀ ਕਹਿ ਰਹੇ ਹੋ। ਸਿਰਫ ਤੇ ਸਿਰਫ ਜਿਹੜੀ ਸਪਾਊਸਲ ਸਪਾਂਸਰਸ਼ਿਪ ਹੈਗੀ ਹੈ, ਜਿਹਦੇ ਵਿੱਚ ਹਸਬੈਂਡ ਆਪਣੀ ਵਾਈਫ ਨੂੰ ਬੁਲਾਉਂਦਾ ਜਾਂ ਵਾਈਫ ਹਸਬੈਂਡ ਨੂੰ ਪੱਕਾ ਕਰਾਉਂਦੀ ਹੈ, ਜਾਂ ਲਿਵ ਇਨ ਕੇਅਰ ਗਿਵਰ, ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਹੈਗੇ ਆ ਜੀ ਉਹ। ਦੂਸਰਾ ਜਿਹੜੇ ਰਿਫਿਊਜੀਜ਼ ਹੈਗੇ ਆ, ਇਹ 2 ਕੈਟਾਗਰੀਜ਼ ਨੂੰ ਛੱਡ ਕੇ ਜੇ ਤੁਸੀਂ ਸਕਿਲਡ ਜਾਂ ਅਨਸਕਿਲਡ ਕੈਟਾਗਰੀ ਕਿਸੇ ਦੇ ਰਾਹੀਂ ਵੀ ਤੁਸੀਂ PR ਹੋਣਾ ਜੀ, ਤਾਂ ਤੁਹਾਨੂੰ ਜਿਹੜਾ ਲੈਂਗੁਏਜ ਬੈਂਚਮਾਰਕ ਹੈਗਾ ਉਹਨੂੰ ਪੂਰਾ ਕਰਨਾ ਹੀ ਪਊਗਾ। ਲੈਂਗੁਏਜ ਪ੍ਰੋਫੀਸ਼ੀਐਂਸੀ ਦਾ ਇੱਕ ਰੈਗੂਲੇਸ਼ਨ ਬਣ ਚੁੱਕਾ ਹੈ, ਉਹ ਐਕਟ ਹੈ ਜਿਹੜਾ, ਉਹਦੇ ਵਿੱਚ ਲਿਖਿਆ ਗਿਆ ਹੈ ਕਿ ਇੰਗਲਿਸ਼ ਪ੍ਰੋਫੀਸ਼ੀਐਂਸੀ ਹੋਣੀ ਸਰਟਨ ਲੈਵਲ ਜ਼ਰੂਰੀ ਹੈ। ਐਂਡ ਮੈਂ ਇੱਥੇ ਤੁਹਾਡੇ ਪ੍ਰੋਗਰਾਮ ਵਿੱਚ ਦੱਸ ਦੇਣਾ ਚਾਹੁੰਦਾ ਕਿ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਆ ਕਿ ਇਹ ਆਇਲਟਸ ਨੂੰ ਚੱਕ ਦਿਓ ਜੀ, ਇੰਗਲਿਸ਼ ਦੀ ਲੋੜ ਨਹੀਂ ਹੈਗੀ, ਇਸ ਤਾਂ ਆਲਰੇਡੀ ਕੰਮ ਕਰ ਰਹੇ ਹਾਂ। ਇਹ ਕਾਨੂੰਨ ਨੂੰ ਨਹੀਂ ਬਦਲਿਆ ਜਾ ਸਕਦਾ। ਐਂਡ ਜਿਹੜਾ ਉਹਨਾਂ ਨੇ ਹੁਣ ਆਇਲਟਸ ਰੱਖਿਆ ਜੀ, ਉਹ ਤਾਂ ਬਿਲਕੁਲ ਨਾ ਦੇ ਬਰਾਬਰ ਹੈ ਜੀ। ਉਹ ਤਾਂ ਇਹੀ ਹੈ ਕਿ ਪਾਰਲੀਮੈਂਟ ਸੱਦ ਕੇ ਦੁਬਾਰਾ ਕਾਨੂੰਨ 'ਚ ਅਮੈਂਡਮੈਂਟ ਨਾ ਕਰਨੀ ਪਵੇ। ਉਹਨਾਂ ਨੇ ਇੱਕ ਤਰ੍ਹਾਂ ਦਾ ਨਾ ਦੇ ਬਰਾਬਰ ਆਇਲਟਸ ਰੱਖਿਆ। ਅੱਛਾ, ਹੁਣੀ ਤੁਸੀਂ ਇੱਕ ਗੱਲ ਹੋਰ ਕੀਤੀ ਸੀ, ਕਿਉਂਕਿ ਮੈਂ ਵੇਖ ਰਿਹਾ ਕਿ ਸਮਾਂ ਆਪਣੇ ਕੋਲ ਲਗਭਗ ਮਿੰਟ ਦਾ। ਹਾਂਜੀ, ਰਿਫਿਊਜੀਜ਼ ਦਾ ਜ਼ਿਕਰ ਕੀਤਾ। ਹਾਂਜੀ, ਅੱਜ ਉਹਨਾਂ ਵਾਸਤੇ ਜਾਂ ਕੱਲ ਉਮੀਦ ਹੈਗੀ ਕਿ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਪੱਕੇ, ਉਹ ਵੀ ਵਿਚਾਰੇ ਬਹੁਤ ਦੇਰ ਦੇ ਤੁਰੇ ਫਿਰਦੇ ਆ। ਰਿਫਿਊਜੀਜ਼ ਬਾਰੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਅਨਾਉਂਸਮੈਂਟ ਹੋ ਚੁੱਕੀ ਹੈ ਜੀ ਆਲਰੇਡੀ, ਕਿ ਜਿਹੜੇ ਰਿਫਿਊਜੀਜ਼ ਨੇ ਐਸੈਂਸ਼ੀਅਲ ਵਰਕਰ ਦੇ ਤੌਰ ਤੇ ਕੰਮ ਕੀਤਾ ਹੈ, ਉਹ PR ਲਾ ਸਕਦੇ ਆ। ਜਿਨ੍ਹਾਂ ਨੇ ਨਰਸਿੰਗ
ਹੋਮਸ ਦੇ ਵਿੱਚ ਕੰਮ ਕੀਤਾ ਹੈ, ਵੇਅਰ ਹਾਊਸਿਸ ਦੇ ਵਿੱਚ ਕੰਮ ਕੀਤਾ ਹੈਗਾ, ਹਸਪੀਟਲ ਦੇ ਵਿੱਚ ਐਜ਼ ਅ ਕਲੀਨਿੰਗ ਵਰਕ ਕੰਮ ਕੀਤਾ ਹੈ ਜਾਂ ਗਰੋਸਰੀ ਸਟੋਰ ਤੇ ਜਾਂ ਗਰੋਸਰੀ ਸਟੋਰ ਦੇ ਐਜ਼ ਅ ਕੈਸ਼ੀਅਰ ਕੰਮ ਕੀਤਾ ਹੈ, ਤਾਂ ਉਹ ਸਾਰੇ ਲੋਕ ਜਿਹੜੇ ਹੈਗੇ ਐਲੀਜੀਬਲ ਹੈਗੇ ਆ PR ਦੇ ਲਾਉਣ ਦੇ ਲਈ, ਤੇ ਉਹਨਾਂ ਨੂੰ ਪ੍ਰਾਇੋਰਟਾਈਜ਼ ਕੀਤਾ ਜਾਊਗਾ ਐਪਲੀਕੇਸ਼ਨਸ ਨੂੰ। ਐਂਡ ਇਹ ਜਿਹੜਾ ਅਨਾਉਂਸਮੈਂਟ ਹੈ ਫਿਰ ਵੀ ਹੋ ਸਕਦੀ ਹੈ, ਕਿਉਂਕਿ ਐਪਲੀਕੇਸ਼ਨਸ ਕਾਫੀ ਲੱਗ ਚੁੱਕੀਆਂ ਜੀ ਰਿਫਿਊਜੀ ਕਲੇਮੈਂਟਸ ਦੀਆਂ। ਸੋ ਇਹ ਇੱਕ ਵੱਡੀ ਅਨਾਉਂਸਮੈਂਟ ਉਹਨਾਂ ਲਈ ਆਲਰੇਡੀ ਹੋ ਚੁੱਕੀ ਹੈ ਜੀ। ਹਾਂਜੀ। ਸੋ ਸਿੱਧੂ ਸਾਹਿਬ, ਤੁਸੀਂ ਸਮਾਂ ਕੱਢਿਆ, ਕੀਮਤੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ। ਜਾਣ ਤੋਂ ਪਹਿਲਾਂ ਕੋਈ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ, ਦਿੱਤਾ ਜਾ ਸਕਦਾ? ਮੈਂ ਸਿਰਫ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਣਾ ਜੀ ਕਿ ਜੇਕਰ ਤੁਸੀਂ ਹਜੇ ਵੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਨਹੀਂ ਲਾਈ, ਤਾਂ ਤੁਸੀਂ 90,000 ਜਿਹੜੀਆਂ ਐਪਲੀਕੇਸ਼ਨਸ ਵਾਲੀ TR to PR ਦਾ ਜਿਹੜਾ ਹੈਗਾ ਇਹਦੇ ਚ ਲਾਉਣ ਲਈ ਬਿਲਕੁਲ ਆਪਣੇ ਡਾਕੂਮੈਂਟਸ ਤਿਆਰ ਰੱਖੋ। ਜੇ ਕਿਸੇ ਨੂੰ ਵੀ ਕੋਈ ਇਹਦੇ ਸੰਬੰਧੀ ਹੈਲਪ ਚਾਹੀਦੀ ਹੈ ਜਾਂ ਇਨਫੋਰਮੇਸ਼ਨ ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਮੇਰੇ WhatsApp ਦੇ ਉੱਪਰ ਮੈਸੇਜ ਛੱਡ ਸਕਦੇ ਹੋ, ਮੈਨੂੰ ਕਾਲ ਕਰ ਸਕਦੇ ਹੋ 7782463637। ਬਾਕੀ ਸਾਡੀ ਸਾਰੀ ਇਨਫੋਰਮੇਸ਼ਨ ਕੰਟੈਕਟ ਦੀ ਵੀਡੀਓ ਦੇ ਵਿੱਚ ਹੇਠਾਂ ਦਿੱਤੇ ਹੋਏ ਨੰਬਰ ਆ ਰਹੇ ਨੇ ਹੈਗੇ, ਤੁਸੀਂ ਉਹਨਾਂ ਤੋਂ ਲੈ ਕੇ ਸਾਨੂੰ ਮਿਲ ਵੀ ਸਕਦੇ ਹੋ। ਸਰੀ ਦੇ ਵਿੱਚ ਸਾਡਾ ਮੇਨ ਆਫਿਸ ਹੈ ਜੀ। ਸਿੱਧੂ ਸਾਹਿਬ, ਧੰਨਵਾਦ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਬੈਨੀਪਾਲ ਸਾਹਿਬ, ਥੈਂਕ ਯੂ। ਦੋਸਤੋ, ਇਹ ਸਨ ਗੁਰਮੀਤ ਸਿੱਧੂ ਵੀਜ਼ਾ ਲਿੰਕ ਤੋਂ, ਜਿਨ੍ਹਾਂ ਨੇ ਪੁਖਤਾ ਜਾਣਕਾਰੀ ਇਮੀਗ੍ਰੇਸ਼ਨ ਦੇ ਮੁਤਲਕ ਤੁਹਾਡੇ ਨਾਲ ਸਾਂਝੀ ਕੀਤੀ ਹੈ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ, ਤੇ ਆਪਣੇ ਕੀਮਤੀ ਕਮੈਂਟ ਵੀ ਕਮੈਂਟ ਬਾਕਸ ਦੇ ਵਿੱਚ ਛੱਡਣ ਦੀ ਕੋਸ਼ਿਸ਼ ਕਰਿਓ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।